अस्सलाम वालेकुम। पटवारी कोल एक रजिस्टर होंदा है जिन्हों आखदे न रजिस्टर हकदारान ज़मीन, जिहदे विच ज़मीनां दे मालकां दे नां लिखे होंदे ने ते उन्हां दी कितनी कितनी मलकीयत है वो सारा कुछ दर्ज होंदा है। एक होंदा है खाना काश्त। वो खाना काश्त जिहड़ा है ना उहदे च अग्गें किसे ज़माने च बंदे फ़ायदा लैंदे कि खाना काश च जिहड़ी कोई ज़मीन कीमती किसी नूं नज़र आउंदी ना जिहड़ा ताकतवर होंदे आ ना ओह् उत्थै अपना खाना काश्त विच अपना कब्ज़ा भरा छोड़दे आ। उस तो बाद पटवारी कोलों ओह् फर्द लैंदे आ। मलकीयत च उसदी मुख्तलिफ ज़मीनां च होंदी, थोड़ी थोड़ी सारियां ज़मीनां च मलकीयत होंदी, लेकिन ओह् किसे इक कीमती ज़मीन चों ओह् खाना काश्त विच फर्द लैके ते ओह् ज़मीन वेच छोड़दे आ जिहड़ी कीमती ज़मीन होंदी। एह् मुशर्रफ दौर च एक पालिसी बनाई गई कि एह् बड़ी ज़्यादती हो रही है कमज़ोर दे नाल। उन्हें आर्डर कर छड़िया कि ना तो खाना काश्त विचों फर्द जारी होसी, ना रजिस्ट्री होवे दी, ना इंतकाल होसी। इनू ख़त्म ही कर दिता जाए खाना काश्त वाले नूं। मलकीयत चों फर्द लवन, खसरे नंबर चों लवन, जितनी किसी बंदे दी मलकीयत है वो अगर कीमती ज़मीन च उसकी मलकीयत थोड़ी है तो उन्होंने थोड़ा ही फर्द लभसी, जे ज़्यादा है तो ज़्यादा लभसी। इस तरह अगर कोई बंजर कोई गैर आबाद ज़मीन या ज़री ज़मीन जिथे भी है वो जितना उसका हिस्सा बनेगा उतना ही उसनों खसरे नंबर चों फर्द लभसी, किसी दूसरे का फालतू कब्ज़ा नहीं कर सकन लगा। ये हो गया उहदे ज़माने च मुशर्रफ दे दौर च। उस तो बाद एक मैं थोड़ी जी पहला वजाहत करा कि बड़ा दिन तकसीम ज़मीन की तकसीम इस चीज़ पर बड़ा जोर दिता जाता है। ये कोई आसान काम नहीं, तकसीम इंतहाई मुश्किल काम है, क्योंकि इहदे विच तमाम मालक जितने उस ज़मीन च होंदे न हर नंबर विच जितने खसरे नंबर न, फर्ज करो एक बंदा जिहड़ा है उसदे 35-40 ज़मीनां न उस खानदान दियां, ਉਹ 35-40 ਖਸਰਿਆਂ ਨੰਬਰਾਂ ਦੇ ਵਿੱਚ ਜਿਤਨੇ ਹਿੱਸੇਦਾਰ ਹੋਸਣ ਉਹਨਾਂ ਸਾਰਿਆਂ ਨੂੰ ਫਰੀਕ ਬਣਾਇਆ ਜਾ ਸੀ। ਜਿਤਨੇ ਖਰੀਦਾਰ ਹੋਸਣ ਜਿਨ੍ਹਾਂ ਬੰਦਿਆਂ ਨੇ ਉਹਨਾਂ ਕੋਲੋਂ ਉਸ ਖਾਨਦਾਨ ਦਿਆਂ ਬੰਦਿਆਂ ਕੋਲੋਂ ਜ਼ਮੀਨਾਂ ਖਰੀਦੀਆਂ ਸਨ, ਉਹਨਾਂ ਦੇ ਮਕਾਨ ਬਣੇ ਨੇ ਜਾਂ ਜੋ ਵੀ ਹੈ, ਉਹਨਾਂ ਸਾਰਿਆਂ ਨੂੰ ਫਰੀਕ ਬਣਾਇਆ ਜਾ ਸੀ। ਮੇਰੇ ਕੋਲ ਇੱਕ ਮੁਕੱਦਮਾ ਜਿਸ 'ਚ ਤਕਰੀਬਨ 162 ਬੰਦਾ ਫਰੀਕ ਮੁਕੱਦਮਾ ਹੈ। ਉਹਨਾਂ ਦੀ ਹਾਜ਼ਰੀ ਕਦੇ ਨਹੀਂ ਮੁਕੰਮਲ ਹੋਈ। 10-11 ਸਾਲ ਤੋਂ ਉਹਨਾਂ ਦਾ ਮੁਕੱਦਮਾ ਚੱਲ ਰਿਹਾ ਹੈ, ਕਿਉਂਕਿ ਨਾ ਸਾਰਿਆਂ ਦੇ ਵਕੀਲ ਆ ਸਕਦੇ ਨੇ, ਫਿਰ ਉਹਦੇ ਵਿੱਚ ਉਹ ਬੰਦੇ ਖੁਦ ਵੀ ਸ਼ਾਮਲ ਨਹੀਂ ਹੋ ਸਕਦੇ। ਦੂਸਰਾ ਇਹ ਹੈ ਕਿ ਜਿਹੜੇ ਬੰਦੇ ਫੌਤ ਹੋ ਜਾਂਦੇ ਨੇ ਸਾਰਿਆਂ ਦੇ ਵਾਰਸ ਮੁਕਰਰ ਕਰਨੇ ਪੈਂਦੇ ਨੇ। ਉਹ ਵਾਰਸ ਜਿਹੜੇ ਨੇ ਉਹ ਪਹਿਲਾਂ ਵਿਰਾਸਤਾਂ ਚੜ੍ਹਾਉਂਦੇ ਨੇ, ਫਿਰ ਇੱਥੇ ਆਣ ਕੇ ਇਹ ਸਾਰਾ ਕੰਮ ਜਿਹੜਾ ਇਹ ਹੈ ਵੈ ਤਾਕਤਵਰ ਦੇ ਮਫਾਦ 'ਚ। ਉੱਥੇ ਸਿਫਾਰਿਸ਼ ਲਾਏ ਦਾ ਅਪਰੋਚ ਲਾਸੀ ਜਿਤਨੀ ਲੱਗ ਗਈ। ਫਿਰ ਇਹਦੇ ਵਿੱਚ ਇੱਕ ਇਹ ਹੈ ਕਿ ਇਸ ਦੇ ਨਾਲ ਅਦਾਲਤਾਂ ਦਾ ਬੇਸ਼ੁਮਾਰ ਬੋਝ ਬਣ ਜਾਣਾ ਹੈ। ਅਗਰ ਇਹ ਕੰਮ ਇਸ ਨਾਲ ਕੀਤਾ ਜਾਏ ਤਾਂ ਅਦਾਲਤਾਂ 'ਤੇ ਇਤਨਾ ਜ਼ਿਆਦਾ ਬੋਝ ਹੋ ਜਾਸੀ ਕਿ ਲੱਖਾਂ ਕੇਸ ਜਿਹੜੇ ਨੇ ਉਹ ਤਕਸੀਮ ਦੇ ਹੋ ਜਾਣੇ ਨੇ, ਕਿਉਂਕਿ ਹਰ ਬੰਦੇ ਨੇ ਆਖਣਾ ਵੀ ਤਕਸੀਮ ਕਰਾਓ। ਅੱਗੇ ਫਿਰ ਦੋਵਾਂ ਭਾਈਆਂ ਦਾ ਝਗੜਾ ਹੋ ਜਾਂਦਾ, ਫਿਰ ਤਕਸੀਮ ਕਰਾਓ, ਫਿਰ ਕੁਝਾਂ ਬੰਦਿਆਂ ਦਾ ਝਗੜਾ ਹੋ ਜਾਂਦਾ, ਫਿਰ ਤਕਸੀਮ ਕਰਾਓ। ਇਹ ਇੰਤਹਾਈ ਮੁਸ਼ਕਿਲ ਔਰ ਪੇਚੀਦਾ ਕੰਮ ਹੈ। ਅੱਗੇ ਸਾਡਾ ਇਹ ਸਿਰਫ ਇੱਕੋ ਹੀ ਇਸ ਦਾ ਇਲਾਜ ਹੈ ਕਿ ਖੇਵਟ ਦਾ ਲਫ਼ਜ਼ ਖ਼ਤਮ ਕਰ ਦਿੱਤਾ ਜਾਏ। ਉਹ ਖੇਵਟ ਦਾ ਲਫ਼ਜ਼ ਖ਼ਤਮ ਕਰ ਦਿੱਤਾ ਜਾਏ ਤਾਂ ਹਰ ਖਸਰੇ ਨੰਬਰ ਦੇ ਵਿੱਚੋਂ ਬੰਦੇ ਨੂੰ ਸਿਰਫ ਉਤਨਾ ਹੀ ਫਰਦ ਮਿਲੇਗਾ ਜਿਤਨੀ ਉਸਦੀ ਮਲਕੀਅਤ ਹੈ। ਕਿਸੇ ਤਕਸੀਮ ਦੀ ਜ਼ਰੂਰਤ ਹੀ ਨਹੀਂ ਰਹਿੰਦੀ। ਹਰ ਬੰਦੇ ਦਾ ਅੱਗੇ ਹਿੱਸਾ ਲਿਖਿਆ ਹੁੰਦਾ ਹੈ। ਜੇ ਕੀਮਤੀ ਜ਼ਮੀਨ ਹੈ ਤਾਂ ਵੀ ਉਸਨੂੰ ਉਤਨਾ ਹੀ ਫਰਦ ਲੱਭਣਾ ਹੈ ਜਿਤਨਾ ਉਸਦਾ ਹਿੱਸਾ ਹੈ। ਔਰ ਅਗਰ ਉਹ ਬੰਜਰ ਹੈ ਜਾਂ ਗੈਰ ਆਬਾਦ ਜਾਂ ਜਿਸ ਨਾਲ ਵੀ ਕੋਈ ਜ਼ਰੀ ਜ਼ਮੀਨ ਹੈ, ਉਹ ਜਿਤਨੀ ਉਸਦੀ ਮਲਕੀਅਤ ਹੈ ਉਸ ਤੋਂ ਬਾਅਦ ਉਸਨੂੰ ਫਰਦ ਲੱਭਣਾ ਹੀ ਨਹੀਂ। ਕੋਈ ਬੰਦਾ ਕਿਸੇ ਤਾਂ ਫਾਲਤੂ ਨਾਜਾਇਜ਼ ਕਬਜ਼ਾ ਨਹੀਂ ਕਰ ਸਕਦਾ, ਕਿਉਂਕਿ ਉਸ ਨੂੰ ਫਰਦ ਲੱਭਣਾ ਹੀ ਨਹੀਂ। ਲੇਕਿਨ ਜਿਸ ਵਕਤ ਮੁਸ਼ਤਰਕਾ ਨੰਬਰਾਂ 'ਚ ਦਿੰਦੇ ਨੇ ਫਰਦ,
तो फिर ਉਹਨੂੰ ਆਖਦੇ ਨੇ ਬਈ ਹੁਣ ਤੇਰੀ ਆਪਣੀ ਹਿੰਮਤ ਹੈ, ਜਿੱਥੇ ਕਬਜ਼ਾ ਕਰਨ ਦੀ ਤੂੰ ਕਰ ਲੈ। ਇਹਦੇ 'ਚ ਮੈਂ ਤੁਹਾਨੂੰ ਇੱਕ ਚੀਜ਼ ਇਹ ਵੀ ਦੱਸਾਂ ਕਿ ਇਹ ਸਾਰਾ ਕੰਮ ਜਿਹੜਾ ਹੈ ਇਹ ਸ਼ਹਬਾਜ਼ ਸ਼ਰੀਫ ਦੌਰ 'ਚ ਜਿਸ ਵੇਲੇ ਕੰਪਿਊਟਰਾਈਜ਼ ਹੋਇਆ ਨਾ, ਇਹ ਕੰਪਿਊਟਰ ਵਾਲਿਆਂ ਨੂੰ ਕਿਹਾ ਗਿਆ ਕਿ ਤੁਸੀਂ ਫਰਦ ਜਿਹੜਾ ਹੈ ਉਹ ਕਿਸੇ ਇੱਕ ਨੰਬਰ 'ਚੋਂ ਜਿਤਨੀ ਉਹਦੀ ਮਲਕੀਅਤ ਬਣਨੀ ਹੈ ਉਸ ਦੇ ਮੁਤਾਬਕ ਨਹੀਂ ਦੇਣਾ, ਤੁਸੀਂ ਸਾਰੇ ਨੰਬਰ ਵਿੱਚ ਸ਼ਾਮਲ ਕਰ ਦਿਓ। ਗਰੁੱਪ ਬਣੇ ਆ ਖੇਵਟ, ਇੱਕ ਗਰੁੱਪ ਨੂੰ ਆਖਦੇ ਨੇ ਜਿਹਦੇ ਵਿੱਚ ਬੰਦੇ ਦੀਆਂ ਸਾਰੀਆਂ ਜ਼ਮੀਨਾਂ ਦੇ ਨੰਬਰ ਆ ਜਾਂਦੇ ਨੇ, ਉਹਨਾਂ 'ਚੋਂ ਫਰਦ ਜਾਰੀ ਕਰੋ। ਔਰ ਫਿਰ ਜਿਹੜੇ ਕਮਿਸ਼ਨਰ ਰਾਵਲਪਿੰਡੀ ਡਿਵੀਜ਼ਨ ਨੇ ਉਹਨਾਂ ਜਨਾਬ ਇੱਕ ਆਪਣਾ ਆਰਡਰ ਜਾਰੀ ਕੀਤਾ ਹੈ, ਜਿਹੜਾ ਕਿ ਨੋਟਿਸ ਇਹਨਾਂ ਲਾ ਛੜਿਆ ਉੱਥੇ ਕਿ ਜਿਹੜੀ ਜ਼ਮੀਨ ਤਕਸੀਮ ਨਹੀਂ ਹੋਣ ਲੱਗੀ ਮੁਸ਼ਤਰਕਾ ਖੇਵਟ ਦੇ ਵਿੱਚੋਂ, ਜਿਸ ਵੇਲੇ ਕੋਈ ਬੰਦਾ ਜ਼ਮੀਨ ਖਰੀਦਦਾ ਹੈ ਤਾਂ ਉਹ ਕਿੱਥੋਂ ਕਬਜ਼ਾ ਲੈਂਦਾ, ਉਹਨੂੰ ਕਬਜ਼ਾ ਲੱਭਦਾ ਜਾਂ ਨਹੀਂ ਲੱਭਦਾ, ਉਹ ਸਾਡੀ ਕੋਈ ਜ਼ਿੰਮੇਦਾਰੀ ਨਹੀਂ। ਇਸੇ ਤਰ੍ਹਾਂ ਉਹ ਆਖਦੇ ਨੇ ਬਈ ਕੀ ਹੁੰਦਾ ਦੀਗਰ ਜਿਹੜੇ ਮਸਾਇਲ ਪੈਦਾ ਹੋਣ ਦੇ, ਕਿਉਂਕਿ ਉਹਨੇ ਖੇਵਟ 'ਚੋਂ ਖਰੀਦੀ ਹੈ, ਜਿਹੜੇ ਮਸਾਇਲ ਪੈਦਾ ਹੋਣ ਗੌਰਮੈਂਟ ਆਖਦੀ ਹੈ ਸਾਡੀ ਕੋਈ ਜ਼ਿੰਮੇਦਾਰੀ ਨਹੀਂ। ਔਰ ਅਦਾਲਤ ਆਖਦੀ ਹੈ, ਇਹਨਾਂ ਦਾ ਇੱਕ ਆਰਡਰ ਹੈ ਕੋਈ ਜਿਹਦਾ ਨੰਬਰ ਹੈ 352 2020 ਦਾ ਸੁਪਰੀਮ ਕੋਰਟ ਦਾ, ਕਿ ਸ਼ਰੀਕ ਖਾਤਾ ਜਿਹੜਾ ਹੈ ਉਹ ਹਰ ਜ਼ਮੀਨ ਦੇ ਵਿੱਚ 1-1 ਇੰਚ ਤੇ ਹਿੱਸੇਦਾਰ ਹੈ, ਯਾਨੀ ਕਬਜ਼ਾ ਜਿੱਥੋਂ ਮਰਜ਼ੀ ਕਰੇ। ਇਹ ਇੰਤਹਾਈ ਮਤਲਬ ਹੈ ਜ਼ੁਲਮ ਹੈ, ਕਮਜ਼ੋਰਤ ਹੈ ਕਿ ਤਾਕਤਵਰ ਜਿਹੜਾ ਹੈ ਉਹ ਜ਼ਮੀਨ ਸਸਤੀ ਖਰੀਦਦਾ, ਜਿੱਥੋਂ ਮਰਜ਼ੀ ਖਰੀਦ ਲਵੇ, ਉਹ ਮੁਸ਼ਤਰਕਾ ਮਾਲਕ ਬਣ ਕੇ ਤਾਂ ਕਬਜ਼ਾ ਆਪਣੀ ਹਿੰਮਤ ਨਾਲ ਉਸਨੇ ਕਰਨਾ। ਫਿਰ ਤਕਸੀਮ 'ਚ ਜਾਏਗਾ ਤਾਂ ਫਿਰ ਉੱਥੇ ਅਪਰੋਚ ਉਹ ਹੀ ਲਾਸੀ ਜਿਹੜਾ ਤਾਕਤਵਰ ਹੈ। ਇਸ ਵਾਸਤੇ ਇਹ ਇੱਕ ਲਫ਼ਜ਼ ਖ਼ਤਮ ਕਰਨ ਦੇ ਨਾਲ ਸਾਰੇ ਮਸਾਇਲ ਜਿਹੜੇ ਨੇ ਇਹ ਖ਼ਤਮ ਹੋ ਜਾਂਦੇ ਨੇ। ਲੇਕਿਨ ਅੰਗਰੇਜ਼ ਲਾ ਗਿਆ ਨੰਬਰ, ਪਟਵਾਰੀ ਨੂੰ ਇਖਤਿਆਰ ਹੈ ਜਾਂ ਕਿ ਉਹ ਜਿਸ ਨੰਬਰ 'ਚੋਂ ਕੋਈ ਬੰਦਾ ਜ਼ਮੀਨ ਆਖੇ ਵੇਚੀ ਹੈ ਉਹਨੂੰ ਉਸੇ ਵਿੱਚੋਂ ਫਰਦ ਜਾਰੀ ਕਰ ਦਿੰਦੇ ਆ। ਲੇਕਿਨ ਇਹ ਕੰਪਿਊਟਰ ਵਾਲੇ ਜਿਹੜੇ ਨੇ ਇਹਨਾਂ ਨੂੰ ਆਰਡਰ ਹੋ ਗਿਆ ਕਿ ਤੁਸੀਂ ਮੁਸ਼ਤਰਕਾ ਨੰਬਰਾਂ 'ਚ ਦੇਣਾ। ਇਹਦੇ ਵਾਸਤੇ ਆਇੰਦਾ ਬੜੇ ਮਸਾਇਲ ਪੈਦਾ ਹੋਣੇ ਨੇ ਬੰਦਿਆਂ ਦੇ। ਕੋਈ ਵੀ ਜ਼ਮੀਨ ਜਿਹੜੀ ਹੈ ਉਹਦੇ ਵਿੱਚ ਬੇਸ਼ੁਮਾਰ ਹਿੱਸੇਦਾਰ ਹੋਇਆ ਕਰਸਣ। ਅਗਰ ਇੱਕ ਬੰਦਾ 5 ਮਰਲੇ ਜਾਂ 10 ਮਰਲੇ ਜਗ੍ਹਾ ਲੈ ਰਿਹਾ ਤਾਂ ਉਹ ਖੇਵਟ ਜਿਹੜੀ ਹੈ ਉਹ ਅਗਰ 40 ਕਨਾਲ ਦੀ ਹੈ ਤਾਂ ਉਹ 40 ਕਨਾਲ ਦੇ ਵਿੱਚ ਜਿਤਨੇ ਹਿੱਸੇਦਾਰ ਹੋ ਸਨ ਉਹਨਾਂ ਸਾਰਿਆਂ ਦਾ ਨਾਂ ਉਹਦੇ 'ਚ ਬੋਲੇ ਦਾ। ਕੋਈ ਤਾਕਤਵਰ ਹੋਇਆ ਤੇ ਜੇ ਪਲਾਜ਼ਾ ਬਣ ਗਿਆ ਕਿਸੇ ਦਾ ਤਾਂ ਉਹ ਲੈ ਵੀ ਲੈ ਸੀ। ਇਹ ਇਸ ਵਾਸਤੇ ਇਸ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਇਹ ਖੇਵਟ ਦਾ ਲਫ਼ਜ਼ ਖ਼ਤਮ ਕਰ ਦਿੱਤਾ ਜਾਏ ਤਾਂ ਕਿ ਆਇੰਦਾ ਮਸਾਇਲ ਪੈਦਾ ਹੀ ਨਾ ਹੋਣ। ਹਰ ਬੰਦੇ ਨੂੰ ਉਤਨਾ ਹੀ ਫਰਦ ਲੱਭੇ ਜਿਤਨੀ ਉਸਦੀ ਮਲਕੀਅਤ ਹੈ, ਔਰ ਬੰਦਾ ਉਸੇ ਦਾ ਮਾਲਕ ਬਣੇ ਜਿਸ ਜਗ੍ਹਾ ਤੋਂ ਉਹ ਖਰੀਦਾ।